ਅੱਜ ਦੀ ਕਹਾਣੀ ਇੱਕ ਸਧਾਰਨ ਇਨਸਾਨ ਦੀ ਨਹੀਂ ਹੈ। ਬੇਸ਼ੱਕ ਉਹ ਆਪਣੀ ਤਰ੍ਹਾਂ ਸਧਾਰਨ ਇਨਸਾਨ ਦਿਸਦਾ ਸੀ, ਪਰ ਜ਼ਿਆਦਾਤਰ ਲੋਕ ਉਸ ਨੂੰ ਆਪਣੇ ਤੋਂ ਅਲੱਗ ਮੰਨਦੇ ਹਨ। ਉਹ ਮੁੰਡਾ ਉਦੋਂ ਹੈਕਿੰਗ ਅਤੇ ਸੋਸ਼ਲ ਇੰਜੀਨੀਅਰਿੰਗ ਕਰਕੇ ਬਦਨਾਮ ਸੀ। ਗੱਲ ਉਸ ਸਮੇਂ ਦੀ ਹੈ ਜਦੋਂ ਲੈਂਡਲਾਈਨ ਫ਼ੋਨ ਵੀ ਰੋਟਰੀ ਵਾਲੇ ਹੋਇਆ ਕਰਦੇ ਸੀ ਅਤੇ ਕੰਪਿਊਟਰ ਤਾਂ ਸਿਰਫ ਉਦੋਂ ਟੀਵੀ ਵਿੱਚ ਹੀ ਦੇਖਣ ਨੂੰ ਮਿਲਦੇ ਸੀ। ਪਰ ਇਹਨਾਂ ਗੱਲਾਂ ਦਾ ਉਸ ਮੁੰਡੇ ਨੂੰ ਕੋਈ ਫਰਕ ਨਹੀਂ ਪੈਂਦਾ ਸੀ। ਉਹ ਤਾਂ ਸਿਰਫ ਉਸ ਲਈ ਇੱਕ ਗੇਮ ਵਰਗਾ ਸੀ। ਸੋ ਵੀਡੀਓ ਬਹੁਤ ਮਜ਼ੇਦਾਰ ਹੋਣ ਵਾਲੀ ਹੈ। ਵੀਡੀਓ ਤੋਂ ਅੱਗੇ ਵਧਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਮੈਂ ਗੱਲ ਕਰ ਰਿਹਾ ਹਾਂ ਅੱਜ 30 ਸਾਲ ਪਹਿਲਾਂ ਦੀ, ਜਦੋਂ ਹੈਕਿੰਗ ਨੂੰ ਕੋਈ ਗੁਨਾਹ ਨਹੀਂ ਸੀ ਸਮਝਿਆ ਜਾਂਦਾ। ਗੱਲ ਹੈ 1963 ਦੇ ਕੈਲੀਫੋਰਨੀਆ ਦੀ ਵੈਨੇਨਾਈਸ ਵਿੱਚ ਕੇਵਿਨ ਮਿਟਨਿਕ ਨਾਮ ਦੇ ਬੱਚੇ ਦਾ ਜਨਮ ਹੋਇਆ ਅਤੇ 1968 ਵਿੱਚ ਉਸ ਦੇ ਪਿਤਾ ਨੇ ਉਸ ਦੇ ਪਰਿਵਾਰ ਨੂੰ ਛੱਡ ਦਿੱਤਾ ਅਤੇ ਹੁਣ ਸਾਰੇ ਪਰਿਵਾਰ ਦੀ ਪਾਲਣ ਦੀ ਜ਼ਿੰਮੇਵਾਰੀ ਉਸ ਦੀ ਮਾਂ ਉੱਪਰ ਸੀ। ਅਤੇ ਕੇਵਿਨ ਸਿਰਫ ਉਦੋਂ 5 ਸਾਲ ਦਾ ਸੀ। ਉਸ ਸਮੇਂ ਤਾਂ ਕੇਵਿਨ ਸਿਰਫ ਇੱਕ ਸਧਾਰਨ ਬੱਚਾ ਹੀ ਸੀ, ਪਰ 12 ਸਾਲ ਦਾ ਹੁੰਦੇ ਹੁੰਦੇ ਜਿੱਥੇ ਆਮ ਬੱਚਿਆਂ ਨੂੰ ਖੇਡਣ ਦਾ ਸ਼ੌਂਕ ਸੀ, ਪਰ ਕੇਵਿਨ ਨੂੰ ਬੱਸਾਂ ਵਿੱਚ ਘੁੰਮਣ ਦਾ ਬਹੁਤ ਸ਼ੌਕ ਸੀ। ਉਹ ਸਾਰਾ ਦਿਨ ਘਰ ਦੀ ਖਿੜਕੀ ਵਿੱਚ ਆਪਣੇ ਸ਼ਹਿਰ ਨੂੰ ਵੇਖਦਾ ਰਹਿੰਦਾ ਅਤੇ ਸੋਚਦਾ ਰਹਿੰਦਾ ਕਿ ਕਿਵੇਂ ਉਹ ਬੱਸ ਵਿੱਚ ਫ੍ਰੀ ਚੱਕਰ ਲਗਾ ਸਕਦਾ ਹੈ, ਕਿਉਂਕਿ ਉਸ ਸਮੇਂ ਉਸ ਕੋਲ ਪੈਸੇ ਵੀ ਬੇਹੱਦ ਘੱਟ ਹੁੰਦੇ ਸੀ। ਇੱਕ ਦਿਨ ਉਸਨੇ ਬੱਸ ਵਿੱਚ ਸਫ਼ਰ ਕਰਦੇ ਸੋਚਿਆ ਕਿ ਕਿਵੇਂ ਉਹ ਇਸ ਬੱਸ ਵਿੱਚ ਫ੍ਰੀ ਚੱਕਰ ਲਗਾ ਸਕਦਾ। ਇੱਥੋਂ ਹੀ ਉਸਨੇ ਆਪਣਾ ਸਾਰਾ ਸਿਸਟਮ ਕਮਾ ਦਿੱਤਾ ਅਤੇ ਉਸਨੇ ਦੇਖਿਆ ਕਿ ਕਿਵੇਂ ਟਿਕਟ ਦੇਣ ਤੋਂ ਬਾਅਦ ਬੱਸ ਕੰਡਕਟਰ ਉੱਪਰ ਛੇਦ ਕਰਦਾ ਹੈ ਅਤੇ ਉਹ ਰੂਟ ਦੇ ਹਿਸਾਬ ਨਾਲ ਹੀ ਟਿਕਟ ਉੱਪਰ ਛੇਦ ਕਰਦਾ ਹੈ। ਅਤੇ ਹੁਣ ਉਸਨੂੰ ਟਿਕਟ 'ਤੇ ਛੇਦ ਵਾਲਾ ਪੰਕਚਰ ਚਾਹੀਦਾ ਸੀ, ਪਰ ਟਿਕਟ ਤਾਂ ਉਹ ਬੱਸ ਦੇ ਬਾਕਸ ਵਿੱਚੋਂ ਵੀ ਚੱਕ ਸਕਦਾ ਸੀ। ਪਰ ਉਸਨੇ ਹੁਣ ਪੰਚਰ ਦਾ ਜੁਗਾੜ ਕਰਨਾ ਸੀ। ਪਰ ਉਸਨੇ ਉਸ ਦਾ ਉੱਤਰ ਸਿੱਧਾ ਬੱਸ ਦੇ ਡਰਾਈਵਰ ਤੋਂ ਹੀ ਪੁੱਛ ਲਿਆ ਅਤੇ ਡਰਾਈਵਰ ਨੇ ਬਿਨਾਂ ਕੁਝ ਸੋਚੇ ਸਮਝੇ ਉਸ ਦਾ ਉੱਤਰ ਦੇ ਦਿੱਤਾ। ਇਸ ਹਿਸਾਬ ਨਾਲ ਉਸ ਦੀ ਪਹਿਲੀ ਟ੍ਰਿਕ ਬਹੁਤ ਕਾਮਯਾਬ ਰਹੀ ਅਤੇ ਹੁਣ ਉਸਨੇ ਆਪਣੀ ਇਸ ਟ੍ਰਿਕ ਨਾਲ ਬਹੁਤ ਬੱਸਾਂ ਵਿੱਚ ਫ੍ਰੀ ਸਫ਼ਰ ਕੀਤਾ ਅਤੇ ਆਪਣੀ ਇਸ ਟ੍ਰਿਕ ਨਾਲ ਆਪਣੇ ਆਪ ਨੂੰ ਬਹੁਤ ਗਰਵ ਹੋਣ ਲੱਗਿਆ ਅਤੇ ਹੁਣ ਉਹ ਆਪਣੇ ਆਪ ਨੂੰ ਇੱਕ ਮਹਾਨ ਇਨਸਾਨ ਸਮਝਣ ਲੱਗ ਪਿਆ ਸੀ। ਅਤੇ ਹੁਣ ਉਸ ਨੂੰ ਸਕੂਲ ਦੇ ਰੇਡੀਓ ਐਮਚੇਅਰ ਕਲੱਬ ਵਿੱਚ ਜੁਆਇਨ ਕਰਵਾਇਆ ਗਿਆ ਅਤੇ ਉੱਥੇ ਉਸਨੂੰ ਉਸਦੇ ਕੁਝ ਨਵੇਂ ਦੋਸਤ ਮਿਲੇ ਅਤੇ ਉਸਨੇ ਉਹਨਾਂ ਨੂੰ ਆਪਣੀ ਟਿਕਟ ਵਾਲੀ ਚਾਲ ਬਾਰੇ ਦੱਸਿਆ ਅਤੇ ਕਿਹਾ ਅਜੇ ਉਸਨੂੰ ਹੋਰ ਅਜੇ ਬਹੁਤ ਕੁਝ ਸਿੱਖਣਾ ਹੈ। ਅਤੇ ਉਸਦੇ ਦੋਸਤ ਉਸ ਤੋਂ ਕਾਫੀ ਪ੍ਰਭਾਵਿਤ ਸੀ ਅਤੇ ਉਹਨਾਂ ਨੇ ਉਸ ਨੂੰ ਕੁਝ ਟੈਲੀਫੋਨ ਦੀਆਂ ਕੁਝ ਟ੍ਰਿਕਸ ਬਾਰੇ ਦੱਸਿਆ ਅਤੇ ਉਹਨਾਂ ਨੂੰ ਸਿਰਫ ਕੁਝ ਟ੍ਰਿਕਸ ਬਾਰੇ ਹੀ ਦੱਸਿਆ। ਪਰ ਕੇਵਿਨ ਤਾਂ ਟੈਲੀਫੋਨ ਨਾਲ ਦੁਨੀਆ ਨੂੰ ਹੈਕ ਕਰਨ ਵਾਲੀ ਦੁਨੀਆ ਵਿੱਚ ਵੜ ਗਿਆ ਅਤੇ ਉਸ ਦੇ ਦੋਸਤਾਂ ਨੇ ਦੱਸਿਆ ਕਿ ਕਿਵੇਂ ਕੁਝ ਨੰਬਰ ਡਾਇਲ ਕਰਨ ਨਾਲ ਦੂਰ ਦੂਰ ਤੱਕ ਗੱਲ ਕੀਤੀ ਜਾ ਸਕਦੀ ਹੈ। ਅਤੇ ਇਸ ਤੋਂ ਇਲਾਵਾ ਕੁਝ ਹੋਰ ਬੱਚੇ ਕੇਵਿਨ ਨੂੰ ਮਿਲੇ ਜੋ ਕੇਵਿਨ ਲਈ ਉਦਾਹਰਨ ਬਣ ਕੇ ਸਾਹਮਣੇ ਆਏ, ਜੋ ਵੱਡੀਆਂ ਵੱਡੀਆਂ ਕੰਪਨੀਆਂ ਵਿੱਚ ਫ਼ੋਨ ਲਗਾ ਕੇ ਵੱਡੇ ਬੰਦਿਆਂ ਦੀ ਤਰ੍ਹਾਂ ਗੱਲ ਕਰਕੇ ਵੱਡੀ ਵੱਡੀ ਡੀਲ ਕਰ ਲੈਂਦੇ ਸਨ। ਇਸ ਤੋਂ ਬਾਅਦ ਕੇਵਿਨ ਨੇ ਵੀ ਇਹੀ ਟ੍ਰਿਕ ਆਪਣੇ ਕੰਪਿਊਟਰ ਟੀਚਰ ਨਾਲ ਅਪਣਾਉਣੀ ਚਾਹੀ। ਉਸਨੇ ਕੋਈ ਹੋਰ ਬੰਦਾ ਬਣ ਕੇ ਫ਼ੋਨ 'ਤੇ ਆਪਣੇ ਕੰਪਿਊਟਰ ਟੀਚਰ ਦਾ ਸਾਰੀ ਜਾਣਕਾਰੀ ਲੈ ਲਈ ਅਤੇ ਅਗਲੇ ਦਿਨ ਉਸਨੇ ਆਪਣੇ ਟੀਚਰ ਨੂੰ ਇਹ ਗੱਲ ਦੱਸੀ ਤਾਂ ਉਸਦੀ ਇਸ ਗੱਲ ਤੋਂ ਉਸਦੇ ਟੀਚਰ ਬਹੁਤ ਪ੍ਰਭਾਵਿਤ ਹੋਏ ਅਤੇ ਉਸਨੂੰ ਆਪਣੇ ਹੋਣਹਾਰ ਸਟੂਡੈਂਟ ਵਿੱਚੋਂ ਇੱਕ ਬਣਾ ਲਿਆ। ਇਸ ਤੋਂ ਬਾਅਦ ਕੇਵਿਨ ਆਪਣੇ ਹੁਨਰ ਨੂੰ ਨਿਹਾਰਨ ਵਿੱਚ ਲੱਗ ਗਏ। 14 ਸਾਲ ਦੀ ਉਮਰ ਵਿੱਚ ਉਹ ਇਹ ਸਿੱਖ ਗਿਆ ਕਿ ਕਿਵੇਂ ਟੈਲੀਫੋਨ ਦੀ ਕਾਲ ਨੂੰ ਪੇ ਫੋਨ 'ਤੇ ਟਰਾਂਸਫਰ ਕੀਤਾ ਜਾ ਸਕਦਾ ਹੈ ਅਤੇ ਨਾਲ ਹੀ ਉਸਨੇ ਫ਼ੋਨ ਨਾ ਚੱਕਣ 'ਤੇ ਰਿਕਾਰਡਿੰਗ ਵਾਲਾ ਫੀਚਰ ਵੀ ਤਿਆਰ ਕਰ ਲਿਆ। 15 ਸਾਲ ਤੱਕ ਆਉਂਦੇ ਫ਼ੋਨ ਬਾਰੇ ਕੇਵਿਨ ਤੋਂ ਜ਼ਿਆਦਾ ਹੁਣ ਕੋਈ ਨਹੀਂ ਜਾਣਦਾ ਸੀ। ਉਸਨੂੰ ਪਤਾ ਸੀ ਕਿ ਕਿਵੇਂ ਪੂਰੀ ਦੁਨੀਆ ਵਿੱਚ ਇੱਕ ਫ੍ਰੀ ਕਾਲ ਲਗਾਈ ਜਾ ਸਕਦੀ ਹੈ। ਹੁਣ ਜਲਦੀ ਹੀ ਇਸ ਕੰਮ ਤੋਂ ਉਹ ਬੋਰ ਹੋ ਗਿਆ ਅਤੇ ਹੁਣ ਸਕੂਲ ਦੀ ਕੰਪਿਊਟਰ ਲੈਬ ਵਿੱਚ ਉਹ ਘੰਟਿਆਂ ਬੈਠੇ ਮੈਨੂਅਲ ਨੂੰ ਸਿੱਖਣ ਵਿੱਚ ਲੱਗਾ ਰਹਿੰਦਾ। ਅਤੇ 1980 ਵਿੱਚ ਉਸਨੇ ਹੈਕਿੰਗ ਦਾ ਪਹਿਲਾ ਅਟੈਕ ਕੀਤਾ ਜੋ ਕਿ ਸਕੂਲ ਦੇ ਇੱਕ ਲੋਕਲ ਨੈਟਵਰਕ 'ਤੇ ਹੀ ਸੀ। ਇਸ ਵਿੱਚ ਹੀ ਉਹ ਆਪਣੀ ਪੜ੍ਹਾਈ ਨੂੰ ਬਿਲਕੁਲ ਭੁੱਲ ਚੁੱਕਾ ਸੀ ਅਤੇ ਹੁਣ ਉਸ ਦਾ ਪੂਰਾ ਧਿਆਨ ਸਿਰਫ ਹੈਕਿੰਗ 'ਤੇ ਸੀ। ਜਦੋਂ 16 ਸਾਲ ਦੇ ਹੋਏ ਤਾਂ ਟੈਲੀਫੋਨ ਦੀਆਂ ਕੰਪਨੀਆਂ ਉਸ ਤੋਂ ਇੰਨੀਆਂ ਪਰੇਸ਼ਾਨ ਹੋ ਗਈਆਂ ਕਿ ਉਸ ਦਾ ਟੈਲੀਫੋਨ ਦਾ ਕਨੈਕਸ਼ਨ ਹੀ ਕੱਟ ਦਿੱਤਾ, ਕਿਉਂਕਿ ਉਹਨਾਂ ਕੋਲ ਕੇਵਿਨ ਦੀ ਟ੍ਰਿਕ ਦਾ ਕੋਈ ਤੋੜ ਹੀ ਨਹੀਂ ਸੀ। ਕੇਵਿਨ ਆਪਣੀ ਮਾਤਾ ਨਾਲ ਇੱਕ ਅਪਾਰਟਮੈਂਟ ਦੇ ਰੂਮ ਨੰਬਰ 13 ਵਿੱਚ ਰਹਿੰਦਾ ਸੀ ਅਤੇ ਉਸ ਦੇ ਬਾਅਦ ਉਸਨੇ ਆਪਣੇ ਘਰ ਦਾ ਨੰਬਰ ਬਦਲ ਕੇ 12B ਕਰ ਲਿਆ। ਇਸ ਤੋਂ ਬਾਅਦ ਉਸਨੂੰ ਨਵਾਂ ਕਨੈਕਸ਼ਨ ਤਾਂ ਮਿਲ ਗਿਆ, ਪਰ 1979 ਵਿੱਚ ਕੇਵਿਨ ਨੂੰ ਹੈਕਰ ਦਾ ਨਾਮ ਦਿੱਤਾ ਗਿਆ। ਇਸ ਤੋਂ ਬਾਅਦ ਉਸਨੂੰ ਹੈਕਰ ਦੇ ਇੱਕ ਗਰੁੱਪ ਨਾਲ ਮਿਲਾਇਆ ਗਿਆ ਅਤੇ ਉਹਨਾਂ ਨੇ ਉਸਨੂੰ ਆਪਣੇ ਗਰੁੱਪ ਵਿੱਚ ਸ਼ਾਮਲ ਕਰ ਲਿਆ। ਪਰ ਇਸ ਤੋਂ ਪਹਿਲਾਂ ਉਸਨੂੰ ਇੱਕ ਟੈਸਟ ਲਿਆ ਅਤੇ ਇਹ ਟੈਸਟ ਉਸ ਲਈ ਪਾਸ ਕਰਨਾ ਬਹੁਤ ਜ਼ਰੂਰੀ ਸੀ। ਟੈਸਟ ਇਹ ਸੀ ਕਿ ਉਸ ਵੇਲੇ ਇੱਕ ਡਿਜੀਟਲ ਇਨਕ੍ਰਿਪਟਡ ਦੀ ਸੁਰੱਖਿਆ ਨੂੰ ਤੋੜਨਾ ਸੀ ਅਤੇ ਉਸ ਸਮੇਂ ਉਸ ਕੰਪਨੀ ਕੋਲ ਸਭ ਤੋਂ ਪੁਖਤਾ ਸਿਕਿਉਰਿਟੀ ਸਿਸਟਮ ਸੀ। ਉਹ ਕਹਿੰਦੇ ਸੀ ਕਿ ਸਾਡੀ ਸਿਕਿਉਰਿਟੀ ਸਿਸਟਮ ਨੂੰ ਕੋਈ ਨਹੀਂ ਤੋੜ ਸਕਦਾ। ਪਰ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਕੇਵਿਨ ਨੇ
ਉਹ ਸਿਕਿਉਰਿਟੀ ਨੂੰ ਸਿਰਫ 5 ਮਿੰਟ ਵਿੱਚ ਹੀ ਤੋੜ ਦਿੱਤਾ ਤੇ ਇਸ ਤੋਂ ਬਾਅਦ ਕੇਵਿਨ ਦਾ ਨਾਮ ਹੈਕਰ ਦੀ ਦੁਨੀਆ ਵਿੱਚ ਬਣ ਗਿਆ। ਬਾਅਦ ਵਿੱਚ ਕੇਵਿਨ ਦਾ ਹੈਕਰਾਂ ਵਿੱਚ ਸਭ ਤੋਂ ਵੱਡਾ ਨਾਮ ਬਣ ਗਿਆ, ਪਰ ਕੇਵਿਨ ਫਿਰ ਵੀ ਟੈਲੀਫੋਨ ਵਿੱਚ ਰੁਚੀ ਰੱਖਦਾ ਸੀ। ਹੈਕਰਾਂ ਵਿੱਚ ਇੱਕ ਕੁੜੀ ਵੀ ਸ਼ਾਮਲ ਸੀ। ਉਸਨੇ ਪੁਲਿਸ ਨੂੰ ਖੁਦ ਸਰੈਂਡਰ ਕਰ ਦਿੱਤਾ। ਉਸ ਤੋਂ ਬਾਅਦ ਇਸ ਸਾਰੇ ਹੈਕਰਾਂ ਦੀ ਟੀਮ ਨੂੰ ਪੁਲਿਸ ਨੇ ਫੜ ਲਿਆ। ਉਸ ਤੋਂ ਬਾਅਦ ਕੇਵਿਨ ਨੂੰ 3 ਮਹੀਨੇ ਦੀ ਕੈਦ ਤੇ 1 ਸਾਲ ਸੁਧਾਰ ਕੇਂਦਰ ਵਿੱਚ ਰੱਖਿਆ ਗਿਆ, ਪਰ ਉਸਨੇ ਜੇਲ੍ਹ ਵਿੱਚ ਵੀ ਉਸਨੂੰ ਟੈਲੀਫੋਨ ਬਾਰੇ ਸਭ ਗਿਆਨ ਹੋ ਚੁੱਕਾ ਸੀ ਤੇ ਹੁਣ ਉਹ ਟੈਲੀਫੋਨ ਹੈਕਿੰਗ ਦਾ ਬੇਤਾਜ ਬਾਦਸ਼ਾਹ ਬਣ ਗਿਆ ਸੀ ਤੇ ਅਜਿਹੇ ਨੰਬਰ ਬਣਾ ਚੁੱਕਾ ਸੀ ਜੋ ਟੈਲੀਫੋਨ ਕੰਪਨੀ ਰਜਿਸਟਰ ਹੀ ਨਹੀਂ ਸੀ। ਉਹ ਟੈਲੀਫੋਨ ਤੋਂ ਕਿਸੇ ਦੀ ਗੱਲ ਸੁਣ ਸਕਦਾ ਤੇ ਕਿਸੇ ਵੀ ਫੋਨ ਤੋਂ ਕਿਤੇ ਵੀ ਗੱਲ ਕਰ ਸਕਦਾ ਸੀ। 80 ਦੇ ਦਹਾਕੇ ਵਿੱਚ ਉਸਨੇ ਆਪਣਾ ਹੁਨਰ ਹੋਰ ਨਿਖਾਰਿਆ ਤੇ ਕੈਲੀਫੋਰਨੀਆ ਵਿੱਚ ਰਹਿੰਦੇ ਸਾਰੇ ਟੈਲੀਫੋਨ ਨੈਟਵਰਕਸ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਤੇ ਨਾਲ ਹੀ ਉਹ ਆਪਣੀ ਚਾਲ ਦਾ ਕੋਈ ਪਿੱਛੇ ਸਬੂਤ ਵੀ ਨਹੀਂ ਛੱਡਦਾ ਸੀ ਤੇ ਆਪਣੇ ਹੈਕਿੰਗ ਕਰਕੇ ਉਹ ਚੰਗਾ ਪੈਸਾ ਵੀ ਕਮਾਇਆ। ਆਪਣੇ ਹੈਕਿੰਗ ਕਰਦੇ ਸਮੇਂ ਉਹ ਚੰਗਾ ਪੈਸਾ ਵੀ ਕਮਾਇਆ। ਫਿਰ 1987 ਵਿੱਚ ਉਸਦੀ ਕਿਸਮਤ ਨੇ ਸਾਥ ਨਹੀਂ ਦਿੱਤਾ। ਉਸਦੇ ਨਾਲ ਦੇ ਦੋਸਤ ਨੇ ਹੀ ਪੁਲਿਸ ਨੂੰ ਖਬਰ ਕਰ ਦਿੱਤੀ ਤੇ ਜੋ ਉਸ ਤੋਂ ਈਰਖਾ ਕਰਦਾ ਸੀ ਉਸ ਨੂੰ ਪਤਾ ਸੀ ਕਿ ਕੇਵਿਨ ਦਾ ਮੁਕਾਬਲਾ ਹੁਣ ਕੋਈ ਨਹੀਂ ਕਰ ਸਕਦਾ। ਇਸ ਤੋਂ ਬਾਅਦ ਕੇਵਿਨ ਨੂੰ ਲਗਾਤਾਰ ਸਜ਼ਾਵਾਂ ਹੁੰਦੀਆਂ ਗਈਆਂ। ਇਸ ਤੋਂ ਬਾਅਦ ARPANET ਵਰਗੀਆਂ ਚੀਜ਼ਾਂ ਆਈਆਂ। ਉਸ ਟਾਈਮ ਕੁਝ ਸ਼ਾਤਰ ਦਿਮਾਗਾਂ ਨੇ ਖੇਡਿਆ। ਉਹਨਾਂ ਨੇ ਕੇਵਿਨ ਦੀਆਂ ਪਾਵਰਾਂ ਦਾ ਗਲਤ ਇਸਤੇਮਾਲ ਕਰਨਾ ਚਾਹਿਆ। ਉਹ ਚਾਹੁੰਦੇ ਸੀ ਕਿ ਕੇਵਿਨ ARPANET ਵਰਗੀਆਂ ਚੀਜ਼ਾਂ ਨੂੰ ਤੋੜ ਕੇ ਦਿਖਾਏ। ਅਦਾਲਤ ਵਿੱਚ ਪੇਸ਼ੀ ਦੇ ਸਮੇਂ ਮੌਜੂਦ ਤਕਨੀਕਾਂ ਐਕਸਪਰਟ ਨੇ ਕਿਹਾ ਕਿ ਕੇਵਿਨ ਨੂੰ ਸਿਰਫ ਆਮ ਹੈਕਰਾਂ ਵਾਲੀ ਸਜ਼ਾ ਦਿੱਤੀ ਗਈ ਹੈ, ਪਰ ਉਹਨਾਂ ਦਾ ਲੈਵਲ ਇਸ ਤੋਂ ਕਿਤੇ ਉੱਚਾ ਹੈ। 1990 ਵਿੱਚ ਕੇਵਿਨ ਨੂੰ ਫਿਰ ਜ਼ਮਾਨਤ 'ਤੇ ਛੱਡ ਦਿੱਤਾ ਗਿਆ ਤੇ ਨਾਲ ਹੀ ਸ਼ਰਤ ਰੱਖੀ ਗਈ ਕਿ ਉਹ ਕਿਸੇ ਵੀ ਕੰਪਿਊਟਰ ਨੂੰ ਟੱਚ ਨਹੀਂ ਕਰੇਗਾ। ਕੁਝ ਸਮੇਂ ਬਾਅਦ ਕੇਵਿਨ ਆਪਣੇ ਰੂਪ ਵਿੱਚ ਵਾਪਸ ਆਇਆ ਤੇ ਜੋ ਲੋਕ ਉਸ ਉੱਪਰ ਤਕਨੀਕ ਦੇ ਜ਼ਰੀਏ ਨਜ਼ਰ ਰੱਖ ਰਹੇ ਸੀ ਉਸਨੇ ਉਹਨਾਂ ਦੇ ਸਾਰੇ ਕੰਪਿਊਟਰਾਂ ਨੂੰ ਬਲੌਕ ਕਰ ਦਿੱਤਾ ਤੇ ਨਾਲ ਹੀ ਜਿਸ ਜੱਜ ਨੇ ਉਸ ਨੂੰ ਸਜ਼ਾ ਦਿੱਤੀ ਸੀ ਉਸ ਦੇ ਬੈਂਕ ਅਕਾਊਂਟ ਨੂੰ ਵੀ ਖਾਲੀ ਕਰ ਦਿੱਤਾ। ਅਦਾਲਤ ਵਿੱਚ ਮੌਜੂਦ ਸਾਰੇ ਡਿਜੀਟਲ ਰਿਕਾਰਡਿੰਗ ਨੂੰ ਡਿਲੀਟ ਕਰ ਦਿੱਤਾ। ਹੁਣ ਦੇਖਿਆ ਜਾਵੇ ਤਾਂ ਕਾਨੂੰਨੀ ਰੂਪ ਵਿੱਚ ਨਾ ਤਾਂ ਉਸ ਖਿਲਾਫ ਕੋਈ ਸਬੂਤ ਸੀ ਤੇ ਨਾ ਕੁਝ ਹੋਰ। ਹੁਣ FBI ਵਰਗੀ ਸੰਸਥਾ ਵੀ ਉਸ ਦੇ ਮਗਰ ਲੱਗ ਚੁੱਕੀ ਸੀ। 1992 ਤੱਕ ਆਉਂਦੇ FBI ਦੇ ਲੋਕ ਜੋ ਉਸ ਨੂੰ ਟਰੇਸ ਕਰ ਰਹੇ ਸਨ। ਕੇਵਿਨ ਨੇ ਉਹਨਾਂ ਦੇ ਕੰਪਿਊਟਰ ਤੱਕ ਖੁਦ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ। ਸੋ ਇੰਨਾ ਹੀ ਨਹੀਂ, FBI ਦੀ ਸੰਸਥਾ ਦੇ ਨੰਬਰ ਵੀ ਟਾਈਪ ਕਰ ਲਏ ਤਾਂ ਕਿ ਆਉਣ ਵਾਲੇ ਕੋਈ ਵੀ ਕਾਲ ਸੁਣ ਸਕੇ। ਕੇਵਿਨ ਉਹਨਾਂ ਤੋਂ ਇੱਕ ਕਦਮ ਅਗਾਂਹ ਚੱਲ ਰਿਹਾ ਸੀ ਅਤੇ 1994 ਵਿੱਚ ਉਸ 'ਤੇ ਆਰੋਪ ਲੱਗਾ ਕਿ ਉਸਨੇ ਮੋਟੋਰੋਲਾ ਦਾ ਸੈਲੂਲਰ ਸਾਫਟਵੇਅਰ ਚੋਰੀ ਕਰ ਲਿਆ ਹੈ। ਜੇਲ੍ਹ ਵਿੱਚ ਸੀ ਤਾਂ ਉਸ 'ਤੇ ਕਈ ਲੋਕਾਂ ਨੇ ਕਿਤਾਬਾਂ ਵੀ ਲਿਖੀਆਂ। 2005 ਤੋਂ ਬਾਅਦ ਉਸਨੇ ਕੋਈ ਹੈਕਿੰਗ ਨਹੀਂ ਕੀਤੀ। 2003 ਵਿੱਚ ਉਸ ਤੋਂ ਬਾਅਦ ਕਈ ਤਾਰਾਂ ਹਟਾ ਦਿੱਤੀਆਂ ਗਈਆਂ ਔਰ 2010 ਦੇ ਵਿੱਚ ਉਸਨੇ ਆਪਦੀ ਇੱਕ ਕੰਪਨੀ ਜੋ ਕਿ ਅਮਰੀਕਾ ਵਿੱਚ ਬਹੁਤ ਵੱਡੀ ਕੰਪਨੀ ਹੈ ਜਿਸ ਦਾ ਨਾਮ ਹੈ ਡਿਫੈਂਸ ਥਿੰਕਿੰਗ ਰੱਖਿਆ ਗਿਆ। ਉਹ ਅੱਜ ਵੀ ਬਹੁਤ ਸਾਰੀ ਕੰਪਨੀਆਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ। ਸੋ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਵਿੱਚ ਦੱਸਣਾ ਨਾ ਭੁੱਲਣਾ।